मानस सहज सो पाए। दर्शन परस्य गुरु क जन्म मरण दुख जाए। सिफत खसंदी नूर हर सो कुल सो चट्टिया। तुद डिठे सच्चे पातशाह मल जन्म जन्म दी कटिया। जन सच्चा पातशाह सिर सहाद जिस पास बैठा सोहिया सबना दा वेसाहो। सज्जन सच्चा सिर सहाद जिस पास बैठा सोहिया सबना दा वेसाहो। सतनाम श्री वाहिगुरु साहिब जी। सोरठा महला चौथा। आपे कंडा आप तराजे। प्रभ आपे तोल तोलाया। आपे शाह आपे वनजारा। आपे वनज कराया। आपे धरती साजियन प्यारा। पिछा टंक चढ़ाया। आपे कंडा आप तराजी। प्रभ आपे तोल तोलाया। आपे शाह आपे वनजारा। आपे वनज कराया। आपे धरती साजियन प्यारा। पिछा टंक चढ़ाया। मेरे मन हार हार ध्याए सुख पाया। हर हर नाम निधान है प्यारा। गुर पूरा मीठा लाया। रहाओ आपे धरती आप जल प्यारा। आपे करे कराया। आपे हुक्म बरतदा प्यारा। जल माटी बंध रखाया। आपे ही पाओ पाएंदा प्यारा। बान बकरी सियो हटाया। आपे काष्ट आप हर प्यारा। बिच काष्ट आगन रखाया।
ਆਪੇ ਹੀ ਆਪ ਵਰਤਦਾ ਪਿਆਰਾ, ਭੈ ਆਗਨ ਨਾ ਸਕੈ ਜਲਾਇਆ। ਆਪੇ ਮਾਰ ਜੀਵਾਇਂਦਾ ਪਿਆਰਾ, ਸ਼ਾਹ ਲੈਂਦੇ ਸਭ ਲਵਾਇਆ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਘਰ ਲਾਇਆ। ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਘਰ ਲਾਇਆ। ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਤੀਤ ਕਰਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਅੰਮ੍ਰਿਤ ਭੰਨੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਸਾਹਿਬ ਜੀ ਨੇ ਬਖਸ਼ੇ ਹਨ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਤੇ ਬਿਰਤੀਆਂ ਨੂੰ ਸਤਿਗੁਰੂ ਚੌਥੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਰਾਗ ਸੋਰਠ ਹੈ ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਿਆ। ਵਾਹਿਗੁਰੂ ਆਪ ਹੀ ਕੰਡਾ ਸਵਰੂਪ ਹੈ ਤੇ ਆਪ ਹੀ ਤਰਾਜੂ ਹੈ। ਤਰਾਜੂ 'ਚ ਜਿਨਸਾਂ ਵਗੈਰਾ ਤੋਲੀਆਂ ਜਾਂਦੀਆਂ ਸਨ।
ਕੰਡੇ ਤੇ ਛੋਟੀਆਂ ਵਸਤੂਆਂ ਸੁਨਿਆਰੇ ਦੀਆਂ ਦੁਕਾਨਾਂ ਤੇ ਪਿਆ ਕੀਮਤੀ ਸ਼ੈਵਾਂ ਤੋਲਣ ਦੇ ਕੰਮ ਆਉਂਦਾ। ਛੋਟੇ ਆਕਾਰ ਦੀਆਂ ਵਸਤੂਆਂ ਨੂੰ ਤੋਲਣ ਲਈ ਕੰਡੇ ਦਾ ਉਪਯੋਗ ਕੀਤਾ ਜਾਂਦਾ। ਵੱਡੀਆਂ ਭਾਰੀਆਂ ਵਸਤੂਆਂ ਨੂੰ ਤੋਲਣ ਲਈ ਤਰਾਜੂ ਦੀ ਵਰਤੋਂ ਕੀਤੀ ਜਾਂਦੀ। ਨਿਰੰਕਾਰ ਅਕਾਲ ਪੁਰਖ ਆਪ ਕੰਡਾ ਰੂਪ ਵੀ ਹੈ ਤੇ ਤਰਾਜੂ ਰੂਪ ਵੀ ਹੈ। ਫਿਰ ਉਹਦੇ ਵਿੱਚ ਜਿਹੜਾ ਤੋਲ ਹੈ, ਵੱਟਾ ਪਾ ਕੇ ਜਿਹਦੇ ਨਾਲ ਤੋਲਿਆ ਜਾਂਦਾ, ਉਹਨੂੰ ਕਹਿ ਦਿੰਦੇ ਨੇ ਤੋਲ। ਉਹ ਤੋਲ ਵੀ ਉਹ ਆਪ ਹੈ, ਤੋਲਣ ਵਾਲਾ ਵੀ ਆਪ ਹੈ ਤੇ ਤੁਲਾਉਣ ਵਾਲਾ ਵੀ ਆਪ ਹੈ। ਏਦਾਂ ਕਹਿ ਸਕਦੇ ਹਾਂ, ਸਾਡੇ ਛੋਟੇ ਤੋਂ ਛੋਟੇ ਗੁਨਾਹ ਨੂੰ ਜਿਹੜਾ ਅਸੀਂ ਸਾਰੀ ਦੁਨੀਆ ਤੋਂ ਲੁਕਾ ਸਕਦੇ ਹਾਂ, ਉਹਨੂੰ ਵੀ ਜਾਣਦਾ ਤੇ ਤੋਲ ਲੈਂਦਾ। ਤੇ ਵੱਡੀ ਤੋਂ ਵੱਡੀ ਖਾਮੀ ਨੂੰ ਵੀ, ਕਮਜ਼ੋਰੀ ਨੂੰ ਵੀ, ਸਾਡੇ ਗੁਨਾਹਾਂ ਨੂੰ ਵੀ ਉਹ ਜਾਣ ਲੈਂਦਾ। ਛੋਟੇ ਤੋਂ ਛੋਟੇ ਔਗਣ ਨੂੰ ਵੀ ਵੇਖ ਕੇ ਪਰਖ ਲੈਂਦਾ ਤੇ ਵੱਡੇ ਤੋਂ ਵੱਡੇ ਔਗਣ ਨੂੰ ਵੀ ਪਰਖ ਲੈਂਦਾ। ਉਹ ਸਾਡਾ ਹਰ ਇੱਕ ਹਿਸਾਬ ਕਿਤਾਬ ਕਰਨ ਦੇ ਵਿੱਚ ਸਮਰੱਥ ਹੈ। ਉਹਦੇ ਤੋਂ ਅਸੀਂ ਆਪਣੀ ਕਿਸੇ ਖਾਮੀ ਨੂੰ, ਕਿਸੇ ਵੀ ਔਗਣ ਨੂੰ ਨਹੀਂ ਛੁਪਾ ਸਕਦੇ, ਕਿਉਂਕਿ ਉਹ ਜਾਣੀ ਜਾਣ ਹੈ ਔਰ ਜਾਣਦਾ ਹੈ। ਉਹ ਸਾਡੇ ਛੋਟੇ ਤੋਂ ਛੋਟੇ ਗੁਨਾਹ ਨੂੰ ਵੀ ਵੇਖਦਾ ਤੇ ਵੱਡੇ ਤੋਂ ਵੱਡੇ ਗੁਨਾਹ ਨੂੰ ਵੀ ਤੱਕਦਾ। ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਆਪੇ ਸ਼ਾਹੂ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਉਹ ਸ਼ਾਹ ਵੀ ਆਪ ਹੈ ਤੇ ਸ਼ਾਹ ਦੇ ਕੋਲ ਆ ਕੇ ਵਣਜ ਕਰਨ ਵਾਲਾ ਵਣਜਾਰਾ ਵੀ ਆਪ ਹੈ। ਗੁਰੂ ਰੂਪੀ ਸ਼ਾਹ ਵੀ ਆਪ ਹੈ, ਗੁਰੂ ਬਣ ਕੇ ਸ਼ਾਹ ਦੇ ਰੂਪ ਚ ਪ੍ਰਗਟ ਹੈ। ਸਿੱਖ ਰੂਪੀ ਵਣਜਾਰਾ ਵੀ ਆਪ ਹੈ, ਗੁਰੂ ਰੂਪੀ ਸ਼ਾਹ ਕੋਲ ਆ ਕੇ ਜਿਹੜਾ ਵਣਜ ਕਰਦਾ, ਉਹ ਸਿੱਖ ਰੂਪੀ ਵਣਜਾਰਾ ਵੀ ਆਪ ਹੈ। ਫਿਰ ਆਪ ਹੀ ਵਿੱਚ ਦਲਾਲ ਬਣ ਕੇ ਵਣਜ ਕਰਾਉਣ ਵਾਲਾ ਵੀ ਆਪ ਹੀ ਹੈ, ਉਹ ਵੀ ਵਿੱਚ ਆਪ ਹੈ, ਉਹ ਵੱਖਰਾ ਨਹੀਂ ਹੈ। ਆਪ ਹੀ ਸ਼ਾਹੂਕਾਰ ਹੈ, ਆਪ ਹੀ ਵਣਜ ਕਰਨ ਵਾਲਾ ਵਣਜਾਰਾ ਹੈ ਤੇ ਆਪ ਹੀ ਵਣਜ ਕਰਾਉਣ ਵਾਲਾ ਹੈ। ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ। ਇਹ ਮੇਰੇ ਪਿਆਰੇ, ਇਸ ਧਰਤੀ ਨੂੰ ਸਾਜਣ ਵਾਲਾ ਉਹ ਆਪ ਹੀ ਹੈ। ਆਪ ਹੀ ਇਸ ਧਰਤੀ ਨੂੰ ਸਾਜ ਕੇ ਦੇ ਪਿੱਛੇ 3.5 ਮਾਸਿਆਂ ਦਾ ਟੰਕ ਇੱਕ ਛੋਟਾ ਜਿਹਾ ਪੱਥਰ ਦਾ ਪ੍ਰਕਾਰ ਹੁੰਦਾ ਹੈ, ਵਜਨ ਤੋਲਣ ਦੇ ਕੰਮ ਆਉਂਦਾ ਹੈ। 3.5 ਮਾਸਿਆਂ ਦਾ ਇੱਕ ਟੰਕ ਹੁੰਦਾ ਹੈ। 3.5 ਮਾਸੇ, 3.5 ਮਾਸਿਆਂ ਦਾ ਇੱਕ ਟੰਕ ਹੈ। ਇਸੇ ਤਰ੍ਹਾਂ ਇਹ ਜਿਹੜੀ ਧਰਤੀ ਹੈ, ਇਹ ਪਰਮੇਸ਼ਰ ਨੇ ਸਾਜੀ ਹੈ। ਇੱਕ ਪੱਲੜੂ ਚ ਇਹਨੂੰ ਪਾਇਆ ਤਰਾਜੂ ਦੇ, ਤੇ ਦੂਜੇ ਪੱਲੇ ਦੇ ਵਿੱਚ ਕਿ ਇਹਦਾ ਬੈਲੈਂਸ ਬਣਿਆ ਰਹੇ, ਧਰਤੀ ਟਿਕੀ ਰਹੇ, ਉਹਦੇ ਲਈ ਪਰਮੇਸ਼ਰ ਨੇ 3.5 ਮਾਸਿਆਂ ਦਾ, ਯਾਨੀ ਕਿ 3.5 ਮਾਤਰਾਵਾਂ ਦਾ ਜਿਹੜਾ ਮੰਤਰ ਹੈ, ਇੱਕ ਓੰਕਾਰ, ਇਹ ਦੂਜੇ ਪੱਲੇ ਵਿੱਚ ਪਾਇਆ ਹੋਇਆ ਤੇ ਧਰਤੀ ਇਦਾਂ ਉਹਦੇ ਆਸਰੇ ਨਾਲ ਟਿਕੀ ਹੋਈ ਹੈ। ਨਹੀਂ ਤਾਂ ਕਦੋਂ ਦੀ ਇਹ ਧਰਤੀ ਗਰਕ ਹੋ ਜਾਂਦੀ। ਪਿੱਛੇ ਟੰਕ ਚੜਾਇਆ ਦਾ ਮਤਲਬ ਹੁੰਦਾ ਵੀ ਜਿਵੇਂ ਤਰਾਜੂ ਦੇ ਪਿਛਲੇ ਪਾਸੇ ਇੱਕ ਪੱਲੇ 'ਚ ਵੱਟਾ ਪਾਇਆ ਜਾਂਦਾ, ਦੂਜੇ 'ਚ ਵਸਤੂ ਪਾਈ ਜਾਂਦੀ ਜਿਹਦੇ ਨਾਲ ਤੋਲਿਆ ਜਾਏ। ਇਸ ਧਰਤੀ ਨੂੰ ਸਾਜ ਕੇ ਪਰਮੇਸ਼ਰ ਨੇ ਇੱਕ ਪੱਲੜੂ 'ਚ ਇਹਨੂੰ ਪਾਇਆ ਤੇ ਇਹਦੇ ਪਿੱਛੇ ਓੰਕਾਰ ਦਾ ਮੰਤਰ ਹੈ ਜੋ 3.5 ਮਾਤਰਾਵਾਂ ਦਾ ਹੈ। ਇੱਕ ਓੰਕਾਰ 3.5 ਮਾਤਰਾਵਾਂ ਦਾ ਜਿਹੜਾ ਇਹ ਮੰਤਰ ਹੈ, ਇਹ ਵਾਹਿਗੁਰੂ ਨੇ ਇਸ ਧਰਤੀ ਨੂੰ ਟਿਕਾਉਣ ਵਾਸਤੇ ਪਿੱਛੇ ਟੰਕ ਪਾਇਆ ਹੋਇਆ ਹੈ। ਮੇਰੇ ਮਨ
ਹਰ ਹਰ ਧਿਆਏ ਸੁਖ ਪਾਇਆ। ਵੇਲਾ ਹੈ ਹਾਲੇ ਵੀ ਮੇਰਿਆ ਮਨਾ, ਹਰੀ ਦੇ ਨਾਮ ਨੂੰ ਧਿਆ, ਕਿਉਂਕਿ ਹਰੀ ਦੇ ਨਾਮ ਨੂੰ ਧਿਆ ਕੇ ਹੀ ਤੂੰ ਸੁਖ ਪ੍ਰਾਪਤ ਕਰੇਗਾ। ਮੇਰੇ ਮਨ ਨੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆ ਕੇ ਸੁਖ ਪ੍ਰਾਪਤ ਕੀਤਾ ਹੈ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰਾ ਮੀਠਾ ਲਾਇਆ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ, ਔਰ ਮੇਰੇ ਪੂਰੇ ਗੁਰੂ ਨੇ ਅੰਮ੍ਰਿਤ ਨਾਮ ਮੈਨੂੰ ਪਿਆਰਾ ਕਰਕੇ ਲਾ ਦਿੱਤਾ ਹੈ, ਮਿੱਠਾ ਲਾ ਦਿੱਤਾ ਹੈ ਮੈਨੂੰ। ਮਿੱਠਾ ਦਾ ਅਰਥ ਕਰਾਂਗੇ ਪਿਆਰਾ। ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਜੋ ਸਰਬ ਨਿਧੀਆਂ ਦਾ ਖਜ਼ਾਨਾ ਹੈ, ਮੇਰੇ ਪੂਰੇ ਗੁਰੂ ਨੇ ਇਸ ਅੰਮ੍ਰਿਤ ਨਾਮ ਨੂੰ ਮੇਰੇ ਮਨ ਨੂੰ ਮਿੱਠਾ ਕਰਕੇ ਲਾ ਦਿੱਤਾ ਹੈ, ਪਿਆਰਾ ਕਰਕੇ ਲਾ ਦਿੱਤਾ ਹੈ। ਰਹਾਉ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਵਾਹਿਗੁਰੂ ਆਪ ਹੀ ਧਰਤੀ ਬਣਾਉਂਦਾ ਹੈ। ਏਦਾਂ ਕਹਿ ਸਕਦੇ ਆ ਵੀ ਧਰਤੀ ਵੀ ਆਪ ਹੈ, ਜਲ ਰੂਪ ਵੀ ਆਪ ਹੀ ਹੋ ਰਿਹਾ ਹੈ। ਮੇਰਾ ਵਾਹਿਗੁਰੂ, ਮੇਰਾ ਪਿਆਰਾ ਸਾਹਿਬ ਧਰਤੀ ਵੀ ਆਪ ਹੀ ਬਣਿਆ ਹੋਇਆ ਹੈ ਤੇ ਜਲ ਵੀ ਆਪ ਹੀ ਬਣਿਆ ਹੋਇਆ, ਆਪ ਹੀ ਕਰਨ ਵਾਲਾ ਹੈ ਤੇ ਆਪ ਹੀ ਕਰਾਉਣ ਵਾਲਾ ਹੈ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਮੇਰਾ ਵਾਹਿਗੁਰੂ ਆਪ ਹੀ ਹੁਕਮ ਕਰਨ ਵਾਲਾ ਹੈ ਤੇ ਆਪ ਹੀ ਉਸ ਹੁਕਮ ਦੇ ਵਿੱਚ ਚੱਲਣ ਵਾਲਾ ਹੈ। ਹੁਕਮ ਕਰਦਾ ਵੀ ਆਪ ਹੈ ਤੇ ਹੁਕਮ ਮੰਨਦਾ ਵੀ ਆਪ ਹੀ ਹੈ। ਆਪ ਹੀ ਆਪਣੇ ਹੁਕਮ ਵਿੱਚ ਵਰਤਣੇ ਵਾਲਾ ਹੈ। ਜਿਸ ਵਿਧਾਤੇ ਨੇ ਪਾਣੀ ਦੇ ਵਿੱਚ ਮਿੱਟੀ ਦੇ ਇਸ ਧਰਤੀ ਦੇ ਭੇਲੇ ਨੂੰ ਬੰਨ੍ਹ ਕੇ ਰੱਖਿਆ ਹੋਇਆ, 70 ਗੁਣਾ ਤੋਂ ਵੱਧ ਪਾਣੀ ਹੈ, 30% ਧਰਤੀ ਹੈ। ਵਿਧਾਨ ਤਾਂ ਇਹ ਕਹਿੰਦਾ ਵੀ ਮਿੱਟੀ ਘੱਟ ਹੋਵੇ, ਪਾਣੀ ਵੱਧ ਹੋਵੇ, ਵਿੱਚੇ ਗਲ ਜਾਂਦੀ ਹੈ, ਘੁਲ ਜਾਂਦੀ ਹੈ। ਪਰ ਪਾਰ ਬ੍ਰਹਮ ਪਰਮੇਸ਼ਰ ਨੇ ਧਰਤੀ ਦੇ ਇਸ ਇੱਕ ਭੇਲੇ ਨੂੰ ਪਾਣੀ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਪ੍ਰਤੱਖ। ਕੋਈ ਪੁੱਛੇ ਨਾ ਵੀ ਰੱਬ ਹੈ ਕਿ ਨਹੀਂ, ਸਾਨੂੰ ਨਹੀਂ ਪਤਾ। ਪਰਮਾਤਮਾ ਦੇ ਹੋਣ ਦਾ ਪ੍ਰਤੱਖ ਪ੍ਰਮਾਣ ਹੈ ਕਿ ਪਾਣੀ ਦੇ ਉੱਤੇ ਧਰਤੀ ਤਰ ਰਹੀ ਹੈ। ਔਰ ਪਾਣੀ ਕਿਤਨਾ ਹੈ ਤੇ ਧਰਤੀ ਦੀ ਉਹਦੇ ਸਾਹਮਣੇ ਕੀ ਹੋਂਦ ਹੈ। ਇੱਕ ਛਲ ਨਾਲ ਹੀ ਸਮੁੰਦਰ ਇਸ ਸਾਰੀ ਧਰਤੀ ਨੂੰ ਆਪਣੇ 'ਚ ਸਮੇਟ ਸਕਦਾ ਹੈ, ਪਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਬੱਝਾ ਹੋਇਆ ਉਹ ਪਾਣੀ ਇਸ ਧਰਤੀ ਨੂੰ ਆਪਣੇ ਵਿੱਚ ਡੋਬ ਨਹੀਂ ਸਕਦਾ। ਪਰਮੇਸ਼ਰ ਨੇ ਆਪਣੇ ਹੁਕਮ ਨਾਲ ਇਸ ਮਿੱਟੀ ਨੂੰ ਪਾਣੀ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਆਪੇ ਹੀ ਭਾਉ ਪਾਏਂਦਾ ਪਿਆਰਾ, ਬਨ ਬੱਕਰੀ ਸਿਓ ਹਡਾਇਆ। ਆਪ ਹੀ ਵਾਹਿਗੁਰੂ ਨੇ ਪਾਣੀ ਵਿੱਚ ਆਪਣਾ ਖੌਫ ਪੈਦਾ ਕੀਤਾ ਹੋਇਆ, ਆਪਣਾ ਭਾਉ ਪੈਦਾ ਕੀਤਾ ਹੋਇਆ। ਏਦਾਂ ਕਹਿ ਸਕਦੇ ਆ ਵੀ ਬੱਕਰੀ ਤੇ ਸ਼ੇਰ ਦੋਨਾਂ ਨੂੰ ਇੱਕ ਥਾਂ ਤੇ ਬੰਨਿਆ। ਮਜਾਲ ਏ ਸ਼ੇਰ ਦੇ ਅੰਦਰ ਕਿ ਉਹ ਬੱਕਰੀ ਨੂੰ ਖਾ ਸਕੇ, ਰੱਬ ਤੋਂ ਇੰਨਾ ਡਰਦਾ। ਪਾਣੀ ਸ਼ੇਰ ਹੈ, ਧਰਤੀ ਬੱਕਰੀ ਹੈ, ਦੋਨਾਂ ਨੂੰ ਇਕੱਠਿਆਂ ਰੱਖਿਆ ਹੋਇਆ ਪਰਮੇਸ਼ਰ ਨੇ। ਪਾਣੀ ਵੱਧਦਾ, ਦਹਾੜਦਾ, ਧਰਤੀ ਬੱਕਰੀ ਬਣ ਕੇ ਸਾਹਮਣੇ ਆ ਉਹਦੇ। ਪਰ ਕੋਈ ਤਾਕਤ ਨਹੀਂ ਪਾਣੀ ਵਿੱਚ। ਪਰਮੇਸ਼ਰ ਦੇ ਭੈ ਵਿੱਚ ਇਹੋ ਜਿਹਾ ਚੱਲਦਾ ਹੈ, ਭੈ ਵਿੱਚ ਚੱਲਣਾ ਹੈ ਲੱਖ ਦਰਿਆਓ, ਕਿ ਉਹ ਇਸ ਧਰਤੀ ਨੂੰ ਆਪਣੇ 'ਚ ਡੁਬੋ ਨਹੀਂ ਸਕਦਾ, ਇਹਨੂੰ ਆਪਣੇ ਵਿੱਚ ਸਮੇਟ ਨਹੀਂ ਸਕਦਾ। ਇਹ ਬੰਨ ਬੱਕਰੀ ਸਿੰਘੋਂ ਹੰਢਾਇਆ। ਬੱਕਰੀ ਤੇ ਸ਼ੇਰ ਦੋਨਾਂ ਨੂੰ ਇੱਕ ਥਾਂ ਤੇ ਬੰਨ੍ਹ ਕੇ ਪਰਮੇਸ਼ਰ ਨੇ ਰੱਖਿਆ ਹੋਇਆ।
ਇਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਤੱਖ ਹੋਂਦ ਹੈ ਜਿਹੜੀ ਇਸ ਸੰਸਾਰ ਵਿੱਚ ਪ੍ਰਗਟ ਹੋ ਰਹੀ ਹੈ। ਸ੍ਰੀ ਕੀਰਤਪੁਰ ਸਾਹਿਬ ਵਿਖੇ ਮਹਾਨ ਤਤਵਵੇਤਾ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਨ੍ਹਾਂ ਆਪਣੀ ਬੰਦਗੀ ਨੂੰ ਅਰਪਣ ਕੀਤਾ, ਮਹਾਨ ਮਹਾਪੁਰਸ਼ ਪੀਰ ਬੁੱਢਣ ਸ਼ਾਹ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਕਾਂਖਾ ਸੀ 6ਵੇਂ ਜਾਮੇ ਚ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਪੂਰਨ ਹੋਈ। ਪੀਰ ਬੁੱਢਣ ਸ਼ਾਹ ਜੀ ਦੀ ਇਤਿਹਾਸ ਇਹ ਕਹਿੰਦਾ ਬੜੀ ਲੰਮੀ ਆਯੂ ਸੀ ਪੀਰ ਬੁੱਢਣ ਸ਼ਾਹ ਜੀ ਦੀ। ਉਹਨਾਂ ਪਾਸ ਕੁਝ ਬੱਕਰੀਆਂ ਨੇ ਔਰ ਇੱਕ ਸ਼ੇਰ ਹੈ। ਉਹਨਾਂ ਬੱਕਰੀਆਂ ਦਾ ਦੁੱਧ ਉਹ ਚੋ ਕੇ ਰੱਖਦੇ, ਆਪਣੇ ਪਾਸ ਉਹਦੀ ਵਰਤੋਂ ਕਰਦੇ। ਸ਼ੇਰ ਉਹਨਾਂ ਦੀਆਂ ਬੱਕਰੀਆਂ ਚਾਰ ਕੇ ਲੈ ਕੇ ਆਉਂਦਾ ਤੇ ਸ਼ੇਰ ਨੂੰ ਇਹ ਹੁਕਮ ਨਹੀਂ ਕਿ ਉਹਨਾਂ ਬੱਕਰੀਆਂ ਨੂੰ ਮਾਰ ਸਕੇ। ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਇਹ ਪ੍ਰਤੱਖ ਪ੍ਰਮਾਣ ਪ੍ਰਾਪਤ ਹਨ। ਤੋ ਨਿਰੰਕਾਰ ਨੇ ਵੀ ਪਾਣੀ ਰੂਪੀ ਸ਼ੇਰ ਵਿੱਚ ਆਪਣਾ ਇੰਨਾ ਭੈ ਪੈਦਾ ਕੀਤਾ ਹੋਇਆ ਕਿ ਪਾਣੀ ਰੂਪੀ ਸ਼ੇਰ ਇਸ ਧਰਤੀ ਰੂਪੀ ਬੱਕਰੀ ਨੂੰ ਆਪਣੀ ਖੁਰਾਕ ਨਹੀਂ ਬਣਾ ਸਕਦਾ। ਦੋਨਾਂ ਨੂੰ ਵਾਹਿਗੁਰੂ ਨੇ ਇੱਕ ਜਗ੍ਹਾ ਤੇ ਬੰਨ੍ਹ ਛੱਡਿਆ ਔਰ ਦੋਨੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਰਤ ਰਹੇ ਹਨ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਆਗਨ ਰਖਾਇਆ। ਵਾਹਿਗੁਰੂ ਆਪ ਹੀ ਕਾਸ਼ਟ ਹੈ, ਲੱਕੜੀ ਹੈ, ਔਰ ਉਸ ਲੱਕੜੀ ਦੇ ਵਿੱਚ ਅਗਨੀ ਵੀ ਵਾਹਿਗੁਰੂ ਆਪ ਹੀ ਬਣਿਆ ਹੋਇਆ ਹੈ। ਜਿਤਨੀ ਲੱਕੜੀ ਹੈ, ਲੱਕੜ ਦੇ ਵਿੱਚ ਅਗਨੀ ਵੀ ਹੈ, ਬਨਸਪਤੀ ਵਿੱਚ ਅਗਨੀ ਵੀ ਹੈ। ਵਾਹਿਗੁਰੂ ਆਪ ਹੀ ਕਾਸ਼ਟ ਰੂਪ ਹੈ ਤੇ ਆਪ ਹੀ ਉਹਦੇ ਵਿੱਚ ਅਗਨੀ ਬਣ ਕੇ ਆਪਣੇ ਆਪ ਨੂੰ ਰਖਾਇਆ ਹੋਇਆ ਹੈ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਆਗਨ ਨਾ ਸਕੈ ਜਲਾਇਆ। ਹੁਣ ਉਹਦੇ ਵਿੱਚ ਵੀ ਉਹ ਆਪੇ ਆਪ ਹੀ ਪਿਆਰਾ ਵਰਤ ਰਿਹਾ। ਇੱਥੇ ਵੀ ਸ਼ੇਰ ਤੇ ਬੱਕਰੀ ਇਕੱਠੇ ਰੱਖੇ ਹੋਏ ਨੇ। ਅੱਗ ਸ਼ੇਰ ਹੈ ਤੇ ਲੱਕੜੀ ਬੱਕਰੀ ਹੈ। ਕੀ ਮਜਾਲ ਕਿ ਉਹ ਅਗਨੀ ਉਸ ਲੱਕੜ ਦੇ ਵਿੱਚ ਰਹਿੰਦੀ ਹੋਈ ਉਸ ਲੱਕੜ ਨੂੰ ਸਾੜ ਸਕੇ। ਇਹ ਜਿੰਨੀ ਵੀ ਬਨਸਪਤੀ ਹੈ, ਸਾਰੀ ਬਨਸਪਤੀ ਵਿੱਚ ਅੱਗ ਵਸਦੀ ਹੈ, ਪਰ ਪਰਮੇਸ਼ਰ ਦੇ ਭੈ ਵਿੱਚ ਉਹ ਅੱਗ ਇਸ ਬਨਸਪਤੀ ਨੂੰ ਨਹੀਂ ਜਲਾ ਸਕਦੀ। ਭੈ ਅਗਨ ਨਾ ਸਕੈ ਜਲਾਇਆ। ਰੱਬ ਦੇ ਭੈ ਦੇ ਵਿੱਚ ਅਗਨ ਚੱਲਦੀ ਹੈ, ਭੈ ਵਿੱਚ ਅਗਨ ਕੱਢੈ ਵੇਗਾਰ। ਇਹ ਰੱਬ ਦੇ ਭੈ ਦੇ ਵਿੱਚ ਚਲਦੀ ਹੋਈ ਇਸ ਲੱਕੜੀ ਨੂੰ, ਕਾਸ਼ਟ ਨੂੰ ਨਹੀਂ ਜਲਾ ਸਕਦੀ। ਆਪੇ ਮਾਰ ਜੀਵਾਏ ਦਾ ਪਿਆਰਾ, ਸ਼ਾਹ ਲੈਂਦੇ ਸਭ ਲਵਾਇਆ। ਵਾਹਿਗੁਰੂ ਆਪ ਹੀ ਆਪ ਹੈ ਔਰ ਉਹ ਨਿਰੰਕਾਰ ਵਾਹਿਗੁਰੂ ਜੀ ਦੇ ਦਿੱਤੇ ਹੋਏ ਸਾਹ ਜੀਵ ਲੈਂਦੇ ਹੈ। ਜਿੰਨੇ ਸਾਹ ਉਹ ਕਿਸੇ ਕੋਲੋਂ ਦਵਾਉਂਦਾ, ਉਹਨੇ ਕੁ ਸਾਹ ਉਹ ਜੀਵ ਲੈ ਲੈਂਦੇ। ਸਾਨੂੰ ਨਿਰੰਕਾਰ ਨੇ ਸਾਡੇ ਸਾਹ ਗਿਣ ਕੇ ਭੇਜਿਆ, ਦਿਨ ਵੀ ਤੇ ਸਾਹ ਵੀ। ਘਣ ਘਾਲੇ ਸਭ ਦਿਵਸ ਸਾਸ, ਨਹਿ ਬੜਨ ਘਟਨ ਤਿਲ ਸਾਰ। ਗਿਣ ਕੇ ਪਰਮੇਸ਼ਰ ਨੇ ਸਾਹ ਦਿੱਤੇ ਨੇ, ਗਿਣ ਕੇ ਦਿਨ ਭੇਜੇ। ਉਹ ਨਾ ਵਧਣੇ ਨੇ ਨਾ ਘਟਣੇ ਨੇ। ਅਸੀਂ ਜਿੰਨੇ ਵੀ ਸਾਹ ਲੈ ਰਹੇ ਹਾਂ, ਸਾਨੂੰ ਸਾਹ ਦਵਾ ਰਿਹਾ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ। ਉਹਦਾ ਦਵਾਇਆ ਹੋਇਆ ਸਾਹ ਇਹ ਸੰਸਾਰ ਦੇ ਸਮਸਤ ਜੀਵ ਲੈ ਰਹੇ ਹਨ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰ ਲਾਇਆ। ਆਪ ਹੀ ਉਹ ਤਾਣ ਰੂਪ ਹੈ ਸਾਰਿਆਂ ਦਾ ਤੇ ਦੀਵਾਨ ਰੂਪ ਹਿਸਾਬ ਕਿਤਾਬ ਕਰਨ ਵਾਲਾ ਵੀ ਆਪ ਹੀ ਪਿਆਰਾ ਹੈ। ਔਰ ਉੱਥੇ ਆਪੇ ਕਾਰੈ ਲਾਇਆ।
ਸੰਸਾਰ ਦੇ ਜਿੰਨੇ ਜੀਵ ਜਿਹੜੀਆਂ ਕਾਰਾਂ ਵਿਹਾਰਾਂ 'ਚ ਲੱਗੇ ਐ, ਉਹਨਾਂ ਕਾਰਾਂ ਵਿਹਾਰਾਂ ਵਿੱਚ ਵੀ ਉਸੇ ਦੇ ਲਾਏ ਹੋਏ ਲੱਗੇ ਹਨ। ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ। ਜਿਵੇਂ ਉਹ ਵਾਹਿਗੁਰੂ ਆਪ ਚਲਾਉਂਦਾ ਹੈ ਮੇਰੇ ਪਿਆਰੇ, ਤਿਵੇਂ ਚੱਲੀਏ। ਜਿਵੇਂ ਮੇਰੇ ਹਰੀ ਪ੍ਰਭੂ ਨੂੰ ਭਾਉਂਦਾ, ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ ਰਹੀਏ ਤੇ ਉਹਦੇ ਹੁਕਮ 'ਚ ਚੱਲੀਏ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਬੜੇ ਬਡਾਇਆ। ਆਪ ਹੀ ਬਜੰਤਰੀ ਹੈ, ਆਪ ਹੀ ਜੰਤ ਹੈ, ਆਪ ਹੀ ਬਜੰਤਰੀ ਬਣ ਕੇ ਉਹਨਾਂ ਜਨਤਾ ਨੂੰ ਵਜਾਉਣ ਵਾਲਾ ਹੈ। यानी कि ये जितने भी संसार दे जीव ने, ये जो जो चेष्टा कर रहे ने उसे दे कराया कर रहे ने। जिवें कोई साज बजाउण वाला, साज विच जेड़ी सुर भरदा है जां जेड़ी सुर दबदा है, वो सुर उहदे विचों निकलदी है। त्यों निरंकार वाहिगुरु परमेश्वर जो जो इन्हां जीवां पासों करा रहा है, जीव तैसे कर्म कर रहे ने। इदां कह सकते हैं भी कर भी रहे ने ते करा भी हो रहा है। करन वाला भी आप ही है, कराउण वाला भी आप है, करन वाला भी आप है, आपे आप है। अज दे इस शब्द विच सतगुरु गुरु रामदास साहब सोढी सुल्तान पातशाह जी ने निरंकार दी व्यापकता दा उपदेश दिता है कि वह सर्वथान थनंतरी व्यापक है, प्रतख है, प्रतक्ष नूं प्रमाण दी जरूरत नहीं है। परमात्मा नूं अपने होण दा प्रमाण नहीं देना पैंदा, क्योंकि वह तां है ही है। प्रमाण उहदे लई दिता जा सकदा जो सानूं नज़र नहीं आ रहा, और उहदे बारे प्रमाण उहनूं कहंदे ने। प्रमाण कई तरह के दसे जाते हैं। अर्थापति प्रमाण हुंदा है। अर्थापति प्रमाण के फलाना बाबा कुछ खांदा नहीं पर फिर भी मोटा ताजा है। अर्थापति प्रमाण इदां लागू होया भी जे खांदा नहीं तो मोटा ताजा क्यों है, ਇਹਦਾ मतलब लोकां दे सामने नहीं खांदा, लुक के बहुत कुछ खा लैंदा है। ਉਹਨੂੰ ਅਰਥਾਪਤੀ ਪ੍ਰਮਾਣ ਕਹਿੰਦੇ। ਧੂਏ ਨੂੰ ਵੇਖ ਕੇ ਅੱਗ ਦੇ ਹੋਣ ਦਾ ਪ੍ਰਮਾਣ ਲਾ ਲੈਣਾ। ਧੂਆਂ ਦਿਸ ਰਿਹਾ ਹੋਵੇ ਦੂਰ ਤੇ ਅੰਦਾਜ਼ਾ ਲਾ ਲੈਣਾ ਕਿ ਅੱਗ ਪੈਦਾ ਹੋ ਰਹੀ ਹੈ, ਉੱਥੇ ਅੱਗ ਬਲ ਰਹੀ ਹੈ, ਧੂਆਂ ਨਿਕਲ ਰਿਹਾ ਹੈ। ਧੂਏ ਤੋਂ ਅੱਗ, ਹਾਲਾਂਕਿ ਅੱਗ ਦਿਸਦੀ ਨਹੀਂ ਪਈ, ਦੂਰੋਂ ਧੂਆਂ ਦਿਸ ਰਿਹਾ, ਪਰ ਧੂਏ ਤੋਂ ਅਗਨੀ ਦਾ ਅੰਦਾਜ਼ਾ ਲਾ ਲਿਆ। पर जो बिल्कुल सामने अखां दे प्रतख होवे उहनूं प्रमाण की लोड़ हुंदी है। परमात्मा नूं अपने होण दा कोई प्रमाण नहीं देना पैंदा, वो तां प्रतक्ष है। जदों धरती नूं वेखोगे कि पानी दे उत्ते तर रही है ते परमात्मा दे होण दा प्रमाण नहीं तां होर की है, प्रतक्ष। अग बनस्पति विच रह के बनस्पति नूं नहीं जला रही, ये परमेश्वर दे होण दा प्रतख प्रमाण नहीं तां होर की है। तो ओही है सर्वथाई। धन गुरु रामदास साहब जी ने अज दे इस शब्द विच परमात्मा दे होण दा कि वह सर्वथाई आ, सर्वथान थनंतर विच, जर्रे जर्रे विच, कण कण विच व्यापक आपे आप है। सब किछ आपे आप, वो आपे आप ही है। गुरु रूप हो के शाह बन के भी संसार च आप ही वरतदा है। सिख रूप हो के बनजारा भी आप ही हो के वरत रहा है। वणज कराउण वाला जिहड़ा विच दलाल हुंदा है, वो भी वो आप ही है, उहदे बिना कोई दूजा नहीं है।